अस्सलाम वालेकुम वरहमतुल्लाहि वबरकातुहू। मोहम्मद अफजल वैंस फ्रैंकफर्ट ਤੋਂ ਤੁਹਾਡੇ ਨਾਲ ਮੁਖਾਤਬ। ਅੱਜ ਮੇਰੇ ਦਿਲ 'ਚ ਖਿਆਲ ਆਇਆ ਕਿ ਯੂਰਪ ਦੇ ਵਿੱਚ ਜਾਂ ਤਰੱਕੀ ਯਾਫਤਾ ਮੁਮਾਲਕ ਦੇ ਵਿੱਚ ਰਹਿੰਦੇ ਹੋਏ ਲੋਕਾਂ ਨੂੰ, ਜਿਹੜੇ ਸਾਡੇ ਮੁਸਲਮਾਨ ਆ ਕੇ ਇੱਥੇ ਆਬਾਦ ਨੇ, ਅਕਸਰ ਬੇਸ਼ਤਰ ਬੱਚਿਆਂ ਦੇ ਨਾਲ ਗੱਲਬਾਤ ਕਰਦਿਆਂ ਬਾਅਦ ਐਸੇ ਸਵਾਲਾਂ ਦੇ ਨਾਲ ਵਾਹ ਪੈਂਦਾ ਹੈ ਕਿ ਜਿਨ੍ਹਾਂ ਦੇ ਉੱਤੇ ਆਮ ਤੌਰ 'ਤੇ ਅਸੀਂ ਗੱਲ ਕਰਦੇ ਹਾਂ ਚੱਕਦੇ ਹਾਂ। ਮਿਸਾਲ ਦੇ ਤੌਰ 'ਤੇ ਬੱਚੇ ਸਕੂਲਾਂ 'ਚ ਜਾਂਦੇ ਨੇ, ਆਪਣੇ ਨਾਲ ਉਹਨਾਂ ਦੇ ਤਰ੍ਹਾਂ ਤਰ੍ਹਾਂ ਦੇ ਬੱਚੇ ਬੈਠ ਕੇ ਸਵਾਲ ਕਰਦੇ ਨੇ, ਫਿਰ ਉਹ ਸਵਾਲ ਲੈ ਕੇ ਬੱਚੇ ਘਰਾਂ 'ਚ ਆਉਂਦੇ ਨੇ। ਉਹਦੇ ਵਿੱਚੋਂ ਇੱਕ ਸਭ ਤੋਂ ਜ਼ਿਆਦਾ ਅਹਿਮ ਸਵਾਲ ਇਹ ਹੁੰਦਾ ਹੈ ਕਿ ਜੇ ਇੱਕ ਬੰਦੇ ਨੂੰ ਇਸਲਾਮ ਦੇ ਵਿੱਚ 4 ਸ਼ਾਦੀਆਂ ਦੀ ਇਜਾਜ਼ਤ ਹੈ ਇੱਕ ਟਾਈਮ ਤੇ ਜਿਹੜੀ ਇੱਕ ਔਰਤ ਹੈ ਉਹਨੂੰ ਕਿਉਂ ਨਹੀਂ ਇਜਾਜ਼ਤ ਕਿ ਉਹ ਵੀ ਆਪਣੀ ਮਰਜ਼ੀ ਦੇ ਨਾਲ 2 ਸ਼ਾਦੀਆਂ ਕਰੇ ਜਾਂ 3 ਸ਼ਾਦੀਆਂ ਕਰੇ ਇੱਕੋ ਟਾਈਮ ਤੇ। ਆਮ ਤੌਰ ਤੇ ਸਵਾਲ ਜਿਹੜਾ ਇਹ ਮਾਕੂਲ ਤੇ ਨਹੀਂ ਲੱਗਦਾ, ਲੇਕਿਨ ਜਿਹੜੇ ਬੱਚੇ ਇਹਨਾਂ ਮੁਲਕਾਂ ਦੇ ਵਿੱਚ ਨੇ, ਜਿਹੜੇ ਮੁਆਸ਼ਰੇ 'ਚ ਹੋਰ ਵੱਡੇ ਹੋ ਰਹੇ ਨੇ, ਉੱਥੇ ਇਹੋ ਜਿਹੇ ਸਵਾਲ ਉੱਠਣ ਦਾ ਚਾਂਸ ਹੁੰਦਾ ਹੈ। ਔਰ ਉਹਨਾਂ ਬੱਚਿਆਂ ਨੂੰ ਕੁਰਾਨ ਦੇ ਨਾਲ ਤੋਂ ਜਾਂ ਇਸਲਾਮੀ ਤਾਲੀਮ ਤੋਂ ਜਵਾਬ ਦੇ ਕੇ ਮੁਤਮਿਨ ਤੁਸੀਂ ਨਹੀਂ ਕਰ ਸਕਦੇ। ਉੱਥੇ ਤੁਹਾਨੂੰ ਸਾਇੰਸੀ ਜਵਾਬ ਚਾਹੀਦਾ, ਲੌਜਿਕ ਤੇ ਅਕਲ ਵਾਲਾ ਜਵਾਬ ਚਾਹੀਦਾ। ਤੇ ਮੈਂ ਤੁਹਾਨੂੰ ਅੱਜ ਦੱਸਣਾ ਕਿ ਇੱਕ ਯਹੂਦੀ ਡਾਕਟਰ ਜਿਹਨੇ ਬਕਾਇਦਾ ਤਹਿਕੀਕ ਕੀਤੀ ਕਿ ਜਿਹੜੀਆਂ ਮੁਸਲਮਾਨ ਔਰਤਾਂ ਨੇ ਉਹ ਦੂਸਰੀਆਂ ਔਰਤਾਂ ਨਾਲੋਂ ਜ਼ਿਆਦਾ ਪਾਕ ਸਾਫ਼ ਕਿਉਂ ਹੁੰਦੀਆਂ ਨੇ, ਉਹਨਾਂ ਦੀ ਇੱਜ਼ਤ ਤੇ ਉਹਨਾਂ ਦੀ ਤਕਰੀਮ ਜਿਹੜੀ ਹੈ ਉਹ ਕੁਰਾਨ ਮਜੀਦ ਦੀ ਤਾਲੀਮ 'ਤੇ ਅਮਲ ਕਰਕੇ ਕਿਉਂ ਜ਼ਿਆਦਾ ਹੁੰਦੀ ਹੈ ਬਾਕੀ ਮਜ਼ਹਬਾਂ ਦੇ ਨਿਸਬਤ। ਉਹਨੇ ਸਾਇੰਸੀ ਤਰੀਕੇ ਦੇ ਨਾਲ ਜਵਾਬ ਢੂੰਡਿਆ ਔਰ ਉਹਨੇ ਸਾਬਤ ਕੀਤਾ ਕਿ ਕੁਰਾਨ ਦੀ ਤਾਲੀਮ ਤੇ ਇਸਲਾਮ ਦੀ ਤਾਲੀਮ ਜਿਹੜੀ ਹੈ ਉਹਦੇ 'ਤੇ ਅਮਲ ਕਰਕੇ ਜਿਹੜੀਆਂ ਮੁਸਲਮਾਨ ਔਰਤਾਂ ਨੇ ਉਹਨਾਂ ਦੀ ਇੱਜ਼ਤ ਜ਼ਿਆਦਾ ਕਾਇਮ ਔਰ ਇੱਜ਼ਤ ਤਕਰੀਮ ਜਿਹੜੀ ਹੈ ਉਹ ਦੂਜੇ ਮੁਲਕ ਜਿਹੜੇ ਦੂਜੇ ਮਜ਼ਹਬ ਨੇ ਉਹਨਾਂ ਦੀਆਂ ਔਰਤਾਂ ਨਾਲੋਂ ਜ਼ਿਆਦਾ ਕਾਇਮਦਾਇਮ ਨੇ। ਹੁਣ ਉਹਦਾ ਜਵਾਬ ਜਿਹੜਾ ਉਹਨੇ ਤਫਸੀਲੀ ਦਿੱਤਾ, ਉਹਨੇ ਇਹ ਕਿਹਾ ਕਿ ਔਰਤਾਂ ਜਿਹੜੀਆਂ ਨੇ ਇਹਨਾਂ ਦੇ ਵਿੱਚ ਤੇ ਜਿਹੜਾ ਮਰਦਾਂ ਦੇ ਵਿੱਚ ਜਦੋਂ ਸ਼ਾਦੀ ਦਾ ਇੱਕ ਮਰਹਲਾ ਤੈਅ ਪਾਉਂਦਾ ਹੈ ਤੇ ਮਰਦ ਦਾ ਜਿਹੜਾ ਮਾਦਾ ਮਨਵੀਆ ਹੁੰਦਾ ਹੈ ਉਹਦੇ ਜਿਹੜੇ ਜੀਨਸ ਨੇ ਉਹ ਔਰਤ ਦੇ ਜਿਸਮ ਵਿੱਚ ਜਾ ਕੇ ਤੇ ਕਾਫੀ ਹਫ਼ਤੇ ਉਹ DNA ਦੇ ਜ਼ਰੀਏ ਸਾਬਤ ਕੀਤੇ ਜਾ ਸਕਦੇ ਨੇ। ਇੱਕ ਟਾਈਮ ਦੇ ਉੱਤੇ ਅਗਰ ਇੱਕ ਔਰਤ ਦਾ ਮੁਖਤਲਿਫ ਮਰਦਾਂ ਦੇ ਨਾਲ ਤਾਲੁਕ ਕਾਇਮ ਹੋਵੇ ਤੇ 2 ਤਰ੍ਹਾਂ ਦੇ ਜੀਨਸ ਉਹਦੇ ਜਿਸਮ 'ਚ ਜਦੋਂ ਜਾ ਕੇ ਬੈਠਣਗੇ ਉਹਦੇ ਨਾਲ ਖਤਰਨਾਕ ਕਿਸਮ ਦੇ ਜਰਾਸੀਮ ਪੈਦਾ ਹੁੰਦੇ ਨੇ ਔਰ ਉਹ ਜਰਾਸੀਮ ਜਿਹੜੇ ਨੇ ਉਹ ਇੱਕ ਐਸੀ ਬਿਮਾਰੀ ਨੂੰ ਪੈਦਾ ਕਰ ਸਕਦੇ ਨੇ ਜਿਹਦੇ ਨਾਲ ਉਹਦੀ ਮੌਤ ਹੋ ਸਕਦੀ ਹੈ। ਇਸ ਜਿਹੜਾ ਕੁਰਾਨ ਨੇ ਤੇ ਇਸਲਾਮ ਨੇ ਜਿਹੜੀ ਤਾਲੀਮ ਦਿੱਤੀ ਹੈ ਕਿ ਇੱਕ ਔਰਤ ਜਿਹੜੀ ਹੈ ਜਦੋਂ ਉਹਦੀ ਸ਼ਾਦੀ ਹੋ ਜਾਂਦੀ ਹੈ ਤੇ ਉਹ ਆਪਣੇ ਮਰਦ ਦੇ ਨਾਲ ਰਵੇ ਔਰ ਇਹ ਹੀ ਉਹਦੀ ਇੱਜ਼ਤ ਔਰ ਤਕਰੀਮ ਹੈ। ਉਹਦੇ ਨਾਲ ਉਹਨੇ ਸਾਇੰਸੀ ਲਿਹਾਜ਼ ਨਾਲ ਸਾਬਤ ਕਰ ਦਿੱਤਾ ਕਿ ਜਿਹੜੀ ਇਸਲਾਮ ਦੇ ਵਿੱਚ ਇੱਜ਼ਤ ਦੀ ਮੁੱਦਤ ਇੱਕ ਖਾਵਨ ਦੇ ਫੌਤ ਹੋਣ ਦੇ ਬਾਅਦ 4 ਮਹੀਨੇ ਤੇ 10 ਦਿਨ ਰੱਖੀ ਗਈ ਹੈ। ਉਹ ਕਿਉਂ ਰੱਖੀ ਗਈ ਹੈ? ਉਹ ਇਸ ਤਰ੍ਹਾਂ ਕਿ ਜਦੋਂ ਜਿਸਮ ਦੇ ਵਿੱਚ ਇੱਕ ਫੌਤ ਹੋਣ ਵਾਲਾ ਜਿਹੜਾ ਖਾਵਨ ਦੇ ਉਹਦੇ ਮਾਦਾ ਮਨਵੀਆ ਦੇ ਜਿਹੜੇ ਜੀਨਸ ਨੇ ਉਹ ਖਤਮ ਹੁੰਦਿਆਂ ਕਿਉਂਕਿ ਗਮ ਦੀ ਹਾਲਤ ਦੇ ਵਿੱਚ ਉਹ ਖਤਮ ਹੁੰਦਿਆਂ ਬਾਵਜੂਦ ਇਸ ਦੇ ਕਿ ਉਹਨੂੰ 3-4 ਦਫਾ ਪੀਰੀਅਡ ਜਿਹਨੇ ਖਾਸ ਦਿਨ ਆ ਕੇ ਗੁਜ਼ਰ ਗਏ ਹੋਣ ਉਹ ਜ਼ਿਆਦਾ ਟਾਈਮ ਲੈਂਦੇ ਨੇ, ਇਸ ਵਾਸਤੇ ਉਹਦਾ ਪੀਰੀਅਡ ਜ਼ਿਆਦਾ ਹੈ। ਲੇਕਿਨ ਤਲਾਕ ਦੀ ਸੂਰਤ ਦੇ ਵਿੱਚ ਜਾਂ ਖੁਲਾ ਦੀ ਸੂਰਤ ਦੇ ਵਿੱਚ ਜਿਹੜੀ ਅਲੱਦਗੀ ਹੈ ਉਹਦੇ ਵਿੱਚ ਇਹ ਹੈ ਕਿ ਅੱਲਾਹ ਤਾਲਾ ਨੇ ਇੱਕ ਐਸਾ ਨਿਜ਼ਾਮ ਰੱਖਿਆ ਹੈ ਕਿ ਜਿਹੜੇ ਖਾਸ ਦਿਨ ਹੁੰਦੇ ਨੇ ਜਿਹਨੂੰ ਤੁਸੀਂ ਪੀਰੀਅਡ ਕਹਿੰਦੇ ਹੋ ਉਹਦੇ ਨਾਲ ਉਹ ਜਿਹੜੇ ਮਾਦਾ ਮਨਵੀਆ ਜਿਹੜਾ ਮਰਦ ਤੇ ਜੀਨਸ ਉਹਦੇ ਜਿਸਮ ਦੇ ਵਿੱਚ ਜਾ ਕੇ ਬੈਠਦੇ ਨੇ ਉਹ ਹਰ ਪੀਰੀਅਡ ਦੇ ਨਾਲ 25% ਤੋਂ 30% ਖਤਮ ਹੋ ਜਾਂਦੇ ਨੇ ਔਰ ਫਿਰ ਜਦੋਂ ਨੈਕਸਟ ਟਾਈਮ ਦੁਬਾਰਾ ਉਹੀ ਦੇਣ ਆਉਂਦੇ ਨੇ ਫਿਰ ਅਗਲੇ ਫਿਰ ਇਸ ਤਰ੍ਹਾਂ 3 ਜਾਂ 4 ਪੀਰੀਅਡ ਦੇ ਨਾਲ ਉਹ ਮੁਕੰਮਲ ਤੌਰ 'ਤੇ ਜੈਨੇਟਿਕਲੀ ਜਿਹੜੇ ਕਿ DNA ਦੇ ਜ਼ਰੀਏ ਵੀ ਫਿਰ ਸਾਬਤ ਨਹੀਂ ਹੁੰਦੇ, ਉਹ ਖਤਮ ਹੁੰਦੇ ਨੇ, ਟਾਈਮ ਲੈਂਦੇ ਨੇ। ਤੇ ਜਿਹੜੀ ਔਰਤ ਅਗਰ 2 ਮਰਦਾਂ ਨਾਲ ਜਾਂ 3 ਮਰਦਾਂ ਨਾਲ ਤਾਲੁਕ ਕਾਇਮ ਕਰੇਗੀ ਉਹਦੇ ਵਿੱਚ ਜਿਹੜੇ ਜੀਨਸ ਨੇ ਉਹ ਜਾ ਕੇ ਮੁਖਤਲਿਫ ਮਰਦਾਂ ਦੇ ਜੇ ਅਗਰ ਹੋਣਗੇ ਤੇ ਉਹ ਜਰਾਸੀਮ ਪੈਦਾ ਕਰਨਗੇ ਇਸ ਤਰ੍ਹਾਂ ਦੇ ਕਿ ਉਹ ਬਿਮਾਰੀ ਲਾ ਕੇ ਉਸ ਔਰਤ ਨੂੰ ਬਹੁਤ ਹੀ ਸਖਤ ਕਿਸਮ ਦੀਆਂ ਬਿਮਾਰੀਆਂ 'ਚ ਮੁਬਤਲਾ ਕਰਨਗੇ। ਹਾਂ, ਤੁਸੀਂ ਇਹ ਚੀਜ਼ ਦੇਖਦੇ ਹੋ ਕਿ ਜਿਹੜੇ ਮੁਲਕਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਔਰਤਾਂ ਜਿਨ੍ਹਾਂ ਨੇ
ਇਹੋ ਜਿਹੇ ਕੰਮਾਂ 'ਚ ਮੁਬਤਲਾ ਹੁੰਦੀਆਂ ਨੇ, ਉਹ ਬਹੁਤ ਹੀ ਖਤਰਨਾਕ ਬਿਮਾਰੀਆਂ 'ਚ ਮੁਬਤਲਾ ਹੁੰਦੀਆਂ ਨੇ। ਯੂਰਪੀਅਨ ਮਮਾਲਿਕ 'ਚ ਲੈ ਲਓ, ਅਮਰੀਕਾ 'ਚ ਲੈ ਲਓ, ਇਹ ਚੀਜ਼ਾਂ ਜਿਹੜੀਆਂ ਨੇ ਇਹ ਅਕਸਰ ਬੇਸ਼ਤਰ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ। ਔਰ ਸਾਇੰਸੀ ਲਿਹਾਜ਼ ਨਾਲ ਉਸ ਯਹੂਦੀ ਡਾਕਟਰ ਨੇ ਸਾਬਤ ਕੀਤਾ ਕਿ ਜਿਹੜੀਆਂ ਮੁਸਲਮਾਨ ਔਰਤਾਂ ਨੇ ਉਹ ਜ਼ਿਆਦਾ ਕਾਬਿਲ ਤਰੀਮ ਨੇ ਔਰ ਸਾਫ ਸੁਥਰੀਆਂ ਨੇ ਦੂਜੇ ਮਜ਼ਹਬ ਦੀਆਂ ਔਰਤਾਂ ਦੀ ਨਿਸਬਤ। ਉਹਨੇ ਬਕਾਇਦਾ ਅਮਰੀਕਾ ਦੇ ਵਿੱਚ ਇੱਕ ਇਲਾਕੇ 'ਚ ਤਜਰਬਾ ਕੀਤਾ ਜਿੱਥੇ ਅਫਰੀਕਨ ਮੁਸਲਮਾਨ ਔਰਤਾਂ ਦਾ ਇਲਾਕਾ ਸੀ। ਉੱਥੇ ਉਹਨੇ ਜਦੋਂ ਟੈਸਟ ਕੀਤੇ ਅਤੇ ਉਹ ਔਰਤਾਂ ਇੱਕ ਮਰਦ ਦੇ ਨਾਲ ਉਹਨਾਂ ਦਾ ਜਿਹੜਾ ਤਾਲੁਕ ਸੀ ਉਹ ਸਾਬਤ ਹੋਇਆ ਉਸ ਜੀਨਸ ਦੀ ਵਜ੍ਹਾ ਤੋਂ ਜਿਹੜੇ DNA ਦੇ ਵਿੱਚ ਆਏ। ਲੇਕਿਨ ਇੱਕ ਅਮਰੀਕਨ ਇਲਾਕੇ ਦੀਆਂ ਔਰਤਾਂ ਦਾ, ਜਿੱਥੇ ਅਮਰੀਕਨ ਜ਼ਿਆਦਾ ਆਬਾਦ ਸਨ ਗੋਰੀਆਂ, ਉਹਦੇ ਵਿੱਚ ਤਿੰਨ ਮਰਦਾਂ ਦੇ ਜਿਹੜੇ ਜੀਨਸ ਦੇ ਬਾਕੀਆਤ ਸਨ ਉਹ DNA ਟੈਸਟ ਆਏ। ਉਹਦੇ ਤਹਿਤ ਉਹਨੇ ਆਪਣੀ ਬੀਵੀ ਦਾ ਵੀ ਜਦੋਂ ਖੁਫੀਆ ਟੈਸਟ ਕੀਤਾ ਅਤੇ ਉਹਦੇ ਵਿੱਚ ਵੀ 2-3 ਜਦੋਂ ਨਜ਼ਰ ਆਏ ਅਤੇ ਉਹਦੇ 3 ਬੱਚਿਆਂ 'ਚੋਂ ਫਿਰ ਬੱਚਿਆਂ ਦੇ ਟੈਸਟ ਦੇ ਮੁਤਾਬਕ 2 ਬੱਚੇ ਜਿਹੜੇ ਸਨ ਉਹ ਆਪਣੇ ਨਹੀਂ ਸਨ, ਇੱਕੋ ਦਾ ਸੀ। ਉੱਥੋਂ ਉਹ ਬਹੁਤ ਜ਼ਿਆਦਾ ਮੁਤਾਸਰ ਹੋਇਆ ਇਸਲਾਮ ਦੀ ਤਾਲੀਮ ਔਰ ਕੁਰਾਨ ਦੀ ਤਾਲੀਮ 'ਚ, ਜਿਹਦੇ ਵਿੱਚ ਆਯਾਤ 'ਚ ਵੀ ਜ਼ਿਕਰ ਆਉਂਦਾ ਕਿ ਅਗਰ ਇੱਕ ਆਦਮੀ ਜਿਹੜਾ ਬੀਵੀ ਨੂੰ ਤਲਾਕ ਦੇ ਦਿੰਦਾ ਅਤੇ ਉਹਨੂੰ 3 ਮਹੀਨੇ ਕਮ ਅਜ਼ ਕਮ ਜਿਹੜਾ ਉਹ ਇੱਦਤ ਦਾ ਪੀਰੀਅਡ ਹੈ ਉਸ ਤੋਂ ਪਹਿਲਾਂ ਉਹ ਸ਼ਾਦੀ ਨਾ ਕਰੇ। ਔਰ ਉਹ ਸਾਇੰਸੀ ਤਰੀਕੇ ਨਾਲ DNA ਟੈਸਟ ਦੇ ਜ਼ਰੀਏ ਉਸਨੇ ਇਹ ਸਾਬਤ ਕਰ ਦਿੱਤਾ। ਔਰ ਅਗਰ ਇੱਕ ਬੰਦਾ ਫੌਤ ਹੁੰਦਾ ਅਤੇ ਔਰਤ ਜਿਹੜੀ ਹੈ 4 ਮਹੀਨੇ 10 ਦਿਨ ਜਿਹੜਾ ਪੀਰੀਅਡ ਹੈ ਇੱਦਤ ਦਾ ਉਹ ਕਿਉਂ ਹੈ, ਤਾਂ ਕਿ ਉਸ ਟਾਈਮ ਤੱਕ ਉਹਦੇ ਮੁਕੰਮਲ ਤੌਰ 'ਤੇ ਜਿਹੜੇ ਜੀਨਸ ਦੀਆਂ ਬਾਕੀਆਤ ਨੇ ਉਹ ਖ਼ਤਮ ਹੋ ਜਾਣ। ਔਰ ਫਿਰ ਅਗਰ ਉਹ ਸ਼ਾਦੀ ਕਰਨਾ ਚਾਹੇ ਤਾਂ ਬਿਲਕੁਲ ਪਾਕ ਸਾਫ਼ ਹੋ ਕੇ ਉਹ ਇੱਕੋ ਮਰਦ 'ਤੇ ਨਿਕਾਹ 'ਚ ਰਹੇਗੀ। ਹੁਣ ਇਹ ਜਿਹੜੀਆਂ ਚੀਜ਼ਾਂ ਨੇ ਇਹ ਅਕਲੀ ਲਿਹਾਜ਼ ਨਾਲ ਤੁਸੀਂ ਆਪਣੇ ਬੱਚਿਆਂ ਨੂੰ ਦੱਸ ਸਕਦੇ ਹੋ ਕਿ ਕਿਉਂ ਇਸਲਾਮ ਜਿਹੜਾ ਉਹ ਇਸ ਚੀਜ਼ ਦੀ ਇਜਾਜ਼ਤ ਦਿੰਦਾ ਹੈ ਕਿ ਇੱਕ ਮਰਦ ਜਿਹੜਾ ਉਹ ਇੱਕ ਟਾਈਮ ਦੇ ਉੱਤੇ 4 ਸ਼ਾਦੀਆਂ ਕਰ ਸਕਦਾ ਹੈ, ਲੇਕਿਨ ਉਹ ਟਾਪਕ ਇੱਕ ਅਲੱਗ ਹੈ। ਇਸ ਡਿਬੇਟ 'ਚ ਅਸੀਂ ਨਹੀਂ ਪੈਂਦੇ ਕਿਹੜੀ ਹਾਲਾਤ 'ਚ ਕਰ ਸਕਦਾ, ਕਿਉਂ ਕਰ ਸਕਦਾ। ਹਾਂ, ਜਿਹੜੀ ਇੱਕ ਔਰਤ ਹੈ ਉਹ ਕਿਉਂ ਇੱਕ ਟਾਈਮ 'ਤੇ 2 ਮਰਦਾਂ ਨਾਲ ਸ਼ਾਦੀ ਨਹੀਂ ਕਰ ਸਕਦੀ। ਇਹਦਾ ਜਵਾਬ ਇਸ ਯਹੂਦੀ ਡਾਕਟਰ ਨੇ ਬੜੀ ਤਫਸੀਲ ਦੇ ਨਾਲ ਦੇ ਦਿੱਤਾ। ਔਰ ਅਗਰ ਕੋਈ ਚਾਹੇ ਤਾਂ ਪੜ੍ਹ ਕੇ ਉਹਦਾ ਮਜ਼ਮੂਨ ਬਕਾਇਦਾ ਪਿਆ ਉਹ ਆਪਣੇ ਬੱਚਿਆਂ ਨੂੰ ਸਮਝਾ ਸਕਦਾ। ਮੈਨੂੰ ਉਮੀਦ ਹੈ ਕਿ ਇਹ ਜਿਹੜੀ ਗੱਲ ਹੈ ਇਸ ਤੋਂ ਕਾਫੀ ਲੋਕ ਆਪਣੇ ਬੱਚਿਆਂ ਨਾਲ ਡਿਸਕਸ ਕਰਦਿਆਂ ਹੋਇਆਂ ਲੌਜੀਕਲੀ ਇਹ ਜਵਾਬ ਦੇ ਸਕਦੇ ਨੇ। ਬਾਅਦ ਚੀਜ਼ਾਂ ਐਸੀਆਂ ਹੁੰਦੀਆਂ ਨੇ ਕਿ ਜਿਹੜੀਆਂ ਤੁਸੀਂ ਇਸਲਾਮ ਦੇ ਹਵਾਲੇ ਦੇ ਲਓ ਜਾਂ ਆਪਣਾ ਮਜ਼ਹਬ ਦਾ ਹਵਾਲਾ ਦੇ ਲਓ, ਉਹ ਇੱਥੇ ਦੇ ਬੱਚਿਆਂ ਨੂੰ ਜਿਹੜੇ ਕਿ ਅਕਲੀ ਦਲੀਲਾਂ ਮੰਗਦੇ ਨੇ ਔਰ ਚਾਹੁੰਦੇ ਨੇ ਕਿ ਸਾਨੂੰ ਲੌਜੀਕਲੀ ਕਲੀਅਰ ਕੀਤਾ ਜਾਏ, ਮੁਸ਼ਕਿਲ ਹੁੰਦਾ। ਤੋ ਇਨਸ਼ਾ ਅੱਲਾਹ ਤਾਲਾ ਫਿਰ ਨੈਕਸਟ ਟਾਈਮ ਕਿਸੇ ਹੋਰ ਟਾਪਿਕ ਨੂੰ ਲੈ ਕੇ ਫਿਰ ਗੁਫ਼ਤਗੂ ਕਰਾਂਗੇ। अस्सलाम वालेकुम वरहमतुल्लाहि वबरकातुहू। मोहम्मद अफजल वैंस फ्रैंकफर्ट ਤੋਂ ਤੁਹਾਡੇ ਨਾਲ ਮੁਖਾਤਬ। ਅੱਜ